ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅਗਰ ਅਸੀਂ ਥੋੜ੍ਹੀ ਜਿਹੀ ਆਪਣੀ ਨਜ਼ਰ ਦੇ ਨਾਲ ਦੇਖੀਏ ਕਿ ਆਮ ਤੌਰ 'ਤੇ ਧਾਰਮਿਕ ਗ੍ਰੰਥਾਂ ਦੇ ਅੰਦਰ ਅਨੇਕ ਤਰ੍ਹਾਂ ਦੇ ਮੰਤਰ ਜਿਹੜੇ ਉਹ ਲਿਖੇ ਮਿਲ ਜਾਂਦੇ ਆ, ਲੇਕਿਨ ਹਰੇਕ ਮੰਤਰ ਦਾ ਜਿਹੜਾ ਨਾ ਆਪੋ ਆਪਣਾ ਵੱਖੋ ਵੱਖਰਾ ਜਿਹੜਾ ਭਾਵ ਹੁੰਦਾ ਹੈ। ਭਾਵ ਕੀ ਆ, ਕਿਸੇ ਮੰਤਰ ਦੇ ਵਿੱਚ ਕਿਸੇ ਗੁਣ ਦੀ ਜਿਹੜੀ ਸ਼ਕਤੀ ਆ ਉਹ ਦਿੱਕ ਹੁੰਦੀ ਆ। ਹਰੇਕ ਮੰਤਰ ਵਾਹਿਗੁਰੂ ਦੇ ਕਿਸੇ ਨਾ ਕਿਸੇ ਗੁਣ ਨੂੰ ਜਿਹੜਾ ਹੈ ਨਾ ਉਹ ਦਰਸਾਉਂਦਾ ਹੈ। ਅਸਲ ਦੇ ਵਿੱਚ ਕੀ ਆ ਕਿ ਭਾਵੇਂ ਮੰਤਰ ਤਾਂ ਇੱਕ ਨਹੀਂ ਅਨੇਕਾਂ ਹੈਗੇ ਆ, ਲੇਕਿਨ ਇਹ ਮੰਤਰ ਜਿਹੜੇ ਹੈ ਇਹ ਉਸ ਨੂੰ ਹੀ ਪ੍ਰਾਪਤ ਹੁੰਦੇ ਆ ਜਾਂ ਉਹ ਹੀ ਇਸ ਮੰਤਰਾਂ ਨੂੰ ਸਿੱਧ ਕਰ ਸਕਦਾ ਹੈਗਾ ਜਿਹੜਾ ਨੂੰ ਸਭ ਤੋਂ ਪਹਿਲਾਂ ਹੈ ਨਾ ਜਿਹੜਾ ਉਹਨਾਂ ਦੇ ਗੁਰੂ ਹੈ ਉਹਨਾਂ ਗੁਰੂਆਂ ਦੀ ਦੀਕਸ਼ਾ ਜਿਹੜੀ ਹੈਗੀ ਆ ਉਹ ਪ੍ਰਾਪਤ ਹੋਵੇ, ਕਿਉਂਕਿ ਮੰਤਰ ਗੁਰੂ ਤੋਂ ਬਗੈਰ ਕੋਈ ਦੇ ਨਹੀਂ ਸਕਦਾ। ਜਿਵੇਂ ਅਸੀਂ ਸਿੱਖੀ 'ਚ ਦੇਖਦੇ ਹਾਂ ਕਿ ਸਿੱਖ ਪੰਥ ਦੇ ਅੰਦਰ ਜਿਹੜੇ ਪੰਜ ਪਿਆਰੇ ਆ ਨਾ ਉਹ ਜਦੋਂ ਵੀ ਅੰਮ੍ਰਿਤ ਛਕਾਉਂਦੇ ਆ ਉਸ ਟਾਈਮ ਆਪਣਾ ਜਿਹੜਾ ਉਹ ਗੁਰਮੰਤਰ ਹੈਗਾ ਉਹ ਅੰਮ੍ਰਿਤ ਛਕਣ ਵਾਲੇ ਪ੍ਰੇਮੀ ਸਿੰਘ ਨੂੰ ਜਿਹੜਾ ਹੈ ਉਹ ਬਖਸ਼ਿਸ਼ ਦੇ ਰੂਪ ਦੇ ਵਿੱਚ ਦਿੰਦੇ ਆ। ਇਸੇ ਤਰ੍ਹਾਂ ਹੋਰ ਅਨੇਕਾਂ ਜਿਹੜੇ ਧਰਮਾਂ ਦੇ ਆਪੋ ਆਪਣੇ ਜਿਹੜੀਆਂ ਮਰਜ਼ਾਦਾ ਹੈਗੀਆਂ ਉਹਦੇ ਅਨੁਸਾਰ ਜਿਹੜੇ ਆ ਉਹ ਗੁਰਮੰਤਰ ਦਾ ਜਾਪ ਕਰਦੇ ਆ। ਅਸਲ ਦੇ ਵਿੱਚ ਕੀ ਆ ਕਿ ਇਹਨਾਂ ਮੰਤਰਾਂ ਦੀਆਂ ਸ਼ਕਤੀਆਂ ਦਾ ਜਿਹੜਾ ਇੱਕ ਖਾਸ ਕਰਿਸ਼ਮਾ ਹੁੰਦਾ ਹੈਗਾ। ਸੋ ਜਿਹੜੇ ਵੀ ਮਹਾਤਮਾ ਜਿਹੜੇ ਹੈ ਨਾ ਕਿਸੇ ਵੀ ਸ਼ਬਦ ਦਾ ਮੰਤਰ ਦਾ ਜਾਪ ਦਿੰਦੇ ਆ, ਜਦੋਂ ਉਸ ਮੰਤਰ ਦਾ ਜਾਪ ਉਹ ਜਿਹੜਾ ਜਗਿਆਸੂ ਆ ਆਪਣੀ ਰਸਨਾ ਦੇ ਨਾਲ ਜਪਦਾ ਹੈ ਨਾ, ਫਿਰ ਇੱਕ ਨਾ ਇੱਕ ਦਿਨ ਉਹ ਮੰਤਰ ਦੀ ਜਿਹੜੀ ਸ਼ਕਤੀ ਆ ਨਾ ਉਹਦਾ ਆਪਣਾ ਕਰਿਸ਼ਮਾ ਦਿਖਾਉਂਦੀ ਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਅਗਰ ਕੋਈ ਵੀ ਮੰਤਰ ਦਾ ਕੋਈ ਵੀ ਜਗਿਆਸੂ ਕਿਸੇ ਵੀ ਮੰਤਰ ਦਾ ਉਹ ਆਪਣੇ ਨਾਲ ਕਿਸੇ ਨਿਯਮ ਕਾਨੂੰਨ ਦੇ ਨਾਲ ਜਾਪ ਕਰੇ, ਫਿਰ ਉਹਦਾ ਕੀਤਾ ਹੋਇਆ ਜਿਹੜਾ ਜਾਪ ਆ ਨਾ ਸਮਾਂ ਪਾ ਕੇ ਸਫਲ ਹੋਣ ਲੱਗ ਜਾ, ਪ੍ਰਫੁੱਲਤ ਹੋਣ ਲੱਗਦਾ, ਉਹਨੂੰ ਫਲ ਲੱਗਣ ਲੱਗ ਪੈਂਦੇ ਆ। ਖਾਸ ਕਰਕੇ ਇਸ ਚੀਜ਼ ਦਾ ਜਿਹੜਾ ਆਪਾਂ ਸ਼ੁਰੂ ਤੋਂ ਧਿਆਨ ਰੱਖਦੇ ਹਾਂ ਕਿ ਜਿਹੜੇ ਗੁਰੂ ਜਾਂ ਉਹ ਪ੍ਰੇਮੀ ਜਿਨ੍ਹਾਂ ਨੂੰ ਉਹਨਾਂ ਨੇ ਮੰਤਰ ਦੇਣਾ ਹੋਵੇ ਉਹ ਜਿਹੜੇ ਗੁਰਦੇਵ ਹੁੰਦੇ ਆ ਨਾ ਸਭ ਤੋਂ ਪਹਿਲਾਂ ਦੇਖਦੇ ਆ ਕਿ ਇਹ ਜਿਸ ਨੂੰ ਅਸੀਂ ਇਹ ਮੰਤਰ ਦੇ ਰਹੇ ਹਾਂ ਕਿ ਇਹ ਮੰਤਰਾਂ ਦਾ ਅਧਿਕਾਰੀ ਹੈ। ਸਭ ਤੋਂ ਪਹਿਲਾਂ ਉਹਨਾਂ ਦੀ ਇਹ ਨਜ਼ਰ ਪਾਰਖੂ ਹੁੰਦੀ ਆ। ਸੋ ਅਨ ਅਧਿਕਾਰੀ ਨੂੰ ਕਦੀ ਵੀ ਜਿਹੜਾ ਹੈ ਨਾ ਗੁਰਮੰਤਰ ਦਾ ਜਾਪ ਕਦੀ ਦੇਣਾ ਨਹੀਂ ਚਾਹੀਦਾ, ਇਹ ਕਿਉਂਕਿ ਇਹ ਮਹਾਂਪੁਰਖਾਂ ਦਾ ਜਿਹੜਾ ਆਪਣਾ ਕਥਨ ਹੈਗਾ ਕਿ ਜਿਹੜਾ ਅਨ ਅਧਿਕਾਰੀ ਹੈ ਨਾ ਉਸ ਨੂੰ ਮੰਤਰ ਜਪਣ ਦੀ ਜਿਹੜੀ ਵਿਧੀ ਹੈ ਅਗਰ ਉਹਨੂੰ ਪਤਾ ਵੀ ਹੋਵੇ ਪਰ ਅਸਲ ਦੇ ਵਿੱਚ ਕੀ ਹੁੰਦਾ ਕਿ ਉਹਦੇ ਅੰਦਰ ਹਉਮੈ ਹੁੰਦੀ ਹੈ, ਉਹਨੂੰ ਮੰਤਰ ਦੀ ਇੰਨੀ ਸੋਝੀ ਨਹੀਂ ਹੁੰਦੀ, ਨਾ ਗਿਆਨ ਨਹੀਂ ਹੁੰਦਾ, ਉਹ ਜਪਦਾ ਸਕਦਾ ਹੈਗਾ ਲੇਕਿਨ ਇਹ ਜਿਹੜਾ ਉਹਦਾ ਜਪਿਆ ਹੋਇਆ ਮੰਤਰ ਅਸਲ ਦੇ ਵਿੱਚ ਉਹਨੂੰ ਹੰਕਾਰੀ ਬਣਾ ਦੇਵੇਗਾ। ਇਸ ਕਰਕੇ ਮਹਾਂਪੁਰਖ ਜਿਹੜੇ ਹਨ ਅਨ ਅਧਿਕਾਰੀ ਨੂੰ ਕਦੀ ਵੀ ਜਿਹੜਾ ਹੈ ਗੁਰਮੰਤਰ ਦੀ ਦੀਕਸ਼ਾ ਨਹੀਂ ਦਿੰਦੇ। ਉਹਨਾਂ ਨੂੰ ਉਹ ਸੱਜਣ ਚਾਹੀਦੇ ਆ ਜਿਹੜੇ ਇਹਨਾਂ ਮੰਤਰਾਂ ਦੇ ਅਧਿਕਾਰੀ ਹੋਣ। ਜਿਵੇਂ ਇੱਕ ਕੋਈ ਮਹਾਤਮਾ ਜਿਹੜੇ ਸੀਗੇ ਉਹ ਇਸ ਤਰ੍ਹਾਂ ਕਿਸੇ ਸੰਗਤ ਦੇ ਵਿੱਚ ਬੈਠ ਕੇ ਰਾਮ ਮੰਤਰ ਦਾ ਸੰਗਤਾਂ ਨੂੰ ਜਿਹੜੀ ਸੀ ਉਹਦੀ ਵਿਸ਼ੇਸ਼ਤਾ ਉਹਦੇ ਗੁਣ ਜਿਹੜੇ ਲੱਛਣ ਜਿਹੜੇ ਸੀ ਉਹ ਦੱਸ ਰਹੇ ਸੀਗੇ। ਇਸ ਤਰ੍ਹਾਂ ਜਦੋਂ ਉਹ ਬੜੇ ਪ੍ਰੇਮ ਦੇ ਨਾਲ ਰਾਮ ਮੰਤਰ ਦੀ ਕਥਾ ਕਰ ਰਹੇ ਸੀਗੇ ਕਿ ਰਾਮ ਮੰਤਰ ਕੀ ਹੁੰਦਾ, ਰਾਮ ਮੰਤਰ ਦਾ ਕੀ ਭਾਵ ਹੈਗਾ, ਰਾਮ ਮੰਤਰ ਨੂੰ ਕਿਵੇਂ ਜਪਣਾ ਚਾਹੀਦਾ ਹੈਗਾ, ਉਹਦੇ ਵਿੱਚ ਇੱਕ ਅਨਅਧਿਕਾਰੀ ਸੱਜਣ ਜਿਹੜੇ ਆਪਣੇ ਆਪ ਨੂੰ ਪੜ੍ਹੇ ਲਿਖੇ ਜਿਹੜੇ ਸੀਗੇ ਉਹ ਕਹਾਉਂਦੇ ਸੀਗੇ ਉਹਦੇ ਵਿੱਚ ਬੈਠੇ ਸੀ। ਉਹਨਾਂ ਨੇ ਉਹਨਾਂ ਮਹਾਤਮਾ ਨੂੰ ਹੈ ਨਾ ਇੱਕ ਪ੍ਰਸ਼ਨ ਖੜਾ ਕਰ ਦਿੱਤਾ। ਉਹ ਪ੍ਰਸ਼ਨ ਇਹ ਸੀਗਾ, ਉਹ ਕਹਿਣ ਲੱਗੇ ਕਿ ਰਾਮ ਦਾ ਮਤਲਬ ਜਿਹੜਾ ਅੰਗਰੇਜ਼ੀ ਦੇ ਵਿੱਚ ਹੈ ਨਾ ਉਹ ਭੇਡ ਆ ਜਿਹੜਾ ਹੈਗਾ ਉਹ ਮੰਨਿਆ ਜਾਂਦਾ ਹੈਗਾ। ਜਦ ਇਹ ਗੱਲ ਹੋਈ ਆ ਤਾਂ ਉਹ ਮਹਾਤਮਾ ਕਹਿਣ ਲੱਗੇ ਕਿ ਮੈਂ ਤਾਂ ਇਹ ਨਹੀਂ ਜਾਣਦਾ ਹੈਗਾ ਕਿ ਇਹਦਾ ਜਿਹੜਾ ਰਾਮ ਮੰਤਰ ਦਾ ਜਿਹੜਾ ਭਾਵ ਅੰਗਰੇਜ਼ੀ ਵਿੱਚ ਆ ਜਾਂ ਕਿਸੇ ਹੋਰ ਭਾਸ਼ਾ ਵਿੱਚ ਕੋਈ ਵੀ ਨਿਕਲ ਸਕਦਾ ਹੈ, ਪਰ ਅਸਲ ਦੇ ਵਿੱਚ ਜਿਹੜਾ ਰਾਮ ਮੰਤਰ ਮਹਾਂਪੁਰਖਾਂ ਰਿਸ਼ੀਆਂ ਦੁਆਰਾ ਸਾਨੂੰ ਦੱਸਿਆ ਜਾਂਦਾ ਨਾ, ਇਹ ਰਾਮ ਮੰਤਰ ਦਾ ਮਤਲਬ ਕੋਈ ਵੀ ਕਿਸੇ ਵੀ ਬੋਲੀ ਵਿੱਚ ਕੋਈ ਵੀ ਕੱਢੇ, ਪਰ ਇਹਦਾ ਜਿਹੜਾ ਵਜੂਦ ਆ ਨਾ ਜਿਹੜਾ ਇਹਦਾ ਪ੍ਰਭਾਵ ਹੈ ਕਦੀ ਨਹੀਂ ਜਾਂਦਾ। ਜਦ ਇੰਨੀ ਗੱਲ ਕਹੀ ਤਾਂ ਉਹ ਕਹਿਣ ਲੱਗੇ ਕਿ ਇਹ ਕਿਵੇਂ ਹੋ ਸਕਦਾ। ਜਿਹੜੇ ਉਹ ਸੱਜਣ ਵਿੱਚ ਬੈਠੇ ਸੀਗੇ ਉਹਨਾਂ ਨੇ ਇਸ ਚੀਜ਼ ਦੇ ਉੱਤੇ ਹੈ ਨਾ ਬੜੀ ਜਿਹੜੀ ਸੀ ਉਹ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਕਿ ਇਹ ਕਿਵੇਂ ਹੋ ਸਕਦਾ ਕਿ ਰਾਮ ਮੰਤਰ ਦਾ ਜਿਹੜਾ ਭਾਵ ਹੈਗਾ ਉਹ ਅਗਰ ਭੇਡ ਹੈਗਾ ਅਤੇ ਫਿਰ ਇਹ ਮੰਤਰ ਜਿਹੜਾ ਕਿਵੇਂ ਅਸਰ ਕਰ ਸਕਦਾ। ਪਰ ਮਹਾਂਪੁਰਖੋਂ ਨੂੰ ਕਹਿਣ ਲੱਗੇ, ਕਹਿੰਦੇ ਕਿ ਮੈਂ ਜ਼ਿਆਦਾ ਤਾਂ ਨਹੀਂ ਜਾਣਦਾ ਪਰ ਇੰਨਾ ਤਾਂ ਜਾਣਦਾ ਹੈਗਾ ਕਿ ਅਗਰ ਕੋਈ ਰਾਮ ਮੰਤਰ ਦਾ ਅਰਥ ਭੇਡ ਵੀ ਕੱਢੇ, ਅਗਰ ਫਿਰ ਵੀ ਉਹ ਰਾਮ ਰਾਮ ਕਰੇ ਹੈ ਨਾ,
ਇਹ ਰਾਮ ਮੰਤਰ ਦਾ ਐਸਾ ਪ੍ਰਭਾਵ ਆ ਕਿ ਹੋਰ ਨਹੀਂ ਤਾਂ ਉਹਦੇ ਜਿਹੜੇ ਪਾਪ ਆ ਨਾ, ਉਹਨਾਂ ਪਾਪਾਂ ਨੂੰ ਰਾਮ ਜਪਣ ਦੇ ਨਾਲ ਉਹਦੇ ਪਾਪ ਜ਼ਰੂਰ ਨਸ਼ਟ ਹੋ ਜਾਂਦੇ ਆ। ਦੇਖੋ ਇੰਨੀ ਗੱਲ ਕਹਿਣ ਦੀ ਢੇਰ ਸੀ। ਉਹ ਜਿਹੜੇ ਮਹਾਤਮਾ ਸੀ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਨਾ, ਉਹ ਉਸੇ ਟਾਈਮ ਹੀ ਬੇਹੋਸ਼ ਹੋ ਗਏ। ਜਦ ਬੇਹੋਸ਼ ਹੋ ਗਏ ਤਾਂ ਉੱਥੇ ਬੜਾ ਇਸ ਗੱਲ ਦਾ ਜਿਹੜਾ ਸੀਗਾ ਉਹ ਰੌਲਾ ਪਿਆ ਸੰਗਤ ਦੇ ਵਿੱਚ ਕਿ ਮਹਾਂਪੁਰਖ ਜਿਨ੍ਹਾਂ ਨੇ ਰਾਮ ਮੰਤਰ ਦਾ ਜਿਹੜਾ ਜਾਪ ਦਾ ਮਹਿਮਾ ਹੀ ਨਹੀਂ ਦੱਸੀ ਆ ਕਿ ਰਾਮ ਮੰਤਰ ਦਾ ਭਾਵ ਕੋਈ ਵੀ ਕਿਸੇ ਵੀ ਤਰ੍ਹਾਂ ਕੋਈ ਨੈਗੇਟਿਵ ਵੀ ਕੱਢ ਲਵੇ ਤਾਂ ਇਹ ਜਿਹੜਾ ਰਾਮ ਮੰਤਰ ਫਿਰ ਵੀ ਉਹਦੇ ਪਾਪਾਂ ਨੂੰ ਨਸ਼ਟ ਕਰ ਦਿੰਦਾ। ਪਰ ਇੰਨਾ ਕਹਿਣ ਦੇ ਨਾਲ ਉਹ ਜਿਹੜੇ ਸੱਜਣ ਸੀ ਉਹ ਬੇਹੋਸ਼ ਹੋ ਗਏ ਸੀਗੇ। ਫਿਰ ਜਦ ਬਹੁਤ ਦੇਰ ਬਾਅਦ ਉਹਨਾਂ ਨੂੰ ਹੋਸ਼ ਵਿੱਚ ਆਈ ਤਾਂ ਫਿਰ ਉਹਨਾਂ ਨੇ ਇਹ ਗੱਲ ਦੀ ਜਿਹੜੀ ਵਿਚਾਰ ਸੀ ਸੰਗਤ ਦੇ ਵਿੱਚ ਦੱਸੀ ਕਿ ਅਸਲ ਦੇ ਵਿੱਚ ਕੀ ਆ ਕਿ ਉਹ ਸੱਜਣ ਨੇ ਰਾਮ ਦਾ ਜਿਹੜਾ ਅਰਥ ਸੀਗਾ ਉਹ ਭੇਟ ਕੱਢਿਆ ਸੀਗਾ। ਇਸ ਕਰਕੇ ਅਸੀਂ ਰਾਮ ਸ਼ਬਦ ਦਾ ਜਿਹੜਾ ਤਿਰਸਕਾਰ ਸੀਗਾ, ਜਿਹੜੀ ਨਿੰਦਿਆ ਸੀ, ਕਹਿੰਦੇ ਅਸੀਂ ਸਹਿਣ ਨਹੀਂ ਕਰ ਸਕੇ ਅਤੇ ਸਾਨੂੰ ਅਨ ਅਧਿਕਾਰੀ ਨੂੰ ਜਾਣੀ ਕਿ ਇਹ ਚੀਜ਼ ਕਹਿਣੀ ਪਈ ਆ ਕਿ ਜਿਹੜਾ ਰਾਮ ਦਾ ਭਾਵ ਇਹ ਹੈਗਾ ਕਿ ਅਗਰ ਕੋਈ ਇਹਦਾ ਗਲਤ ਮਤਲਬ ਵੀ ਕੱਢੇ ਤਾਂ ਵੀ ਇਹ ਦਾ ਅਰਥ ਜਿਹੜਾ ਹੈ ਨਾ ਰਾਮ ਜਪਣ ਦਾ ਭਾਵ ਜਿਹੜਾ ਹੈ ਇਹ ਉਹਦੇ ਪਾਪਾਂ ਨੂੰ ਨਸ਼ਟ ਕਰਦਾ ਹੈਗਾ। ਪਰ ਕਹਿੰਦੇ ਵੀ ਅਸੀਂ ਅਨਅਧਿਕਾਰੀ ਦੇ ਨਾਲ ਗੱਲ ਕਹੀ ਤਾਂ ਸਾਨੂੰ ਜਿਹੜੀ ਸੀ ਇਹ ਬੇਹੋਸ਼ੀ ਦੀ ਹਾਲਤ ਮਿਲੀ ਆ। ਸੋ ਕਹਿਣ ਤੋਂ ਭਾਵ ਇਹ ਆ ਕਿ ਮਹਾਂਪੁਰਖਾਂ ਨੂੰ ਹੈ ਨਾ ਬਹੁਤ ਤਰ੍ਹਾਂ ਦਾ ਜਿਹੜਾ ਹੈਗਾ ਉਹ ਇਸ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈਗਾ ਕਿ ਅਨਅਧਿਕਾਰੀ ਨੂੰ ਕਦੀ ਵੀ ਜਿਹੜਾ ਹੈਗਾ ਉਹ ਗੁਰਮੰਤਰ ਦੀ ਦੀਕਸ਼ਾ ਜਿਹੜੀ ਆ ਦੇਣ ਤੋਂ ਸੰਕੋਚ ਕਰਨਾ ਚਾਹੀਦਾ ਹੈਗਾ। ਸੋ ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੇ ਛੋਟੇ ਬੱਚੇ ਹੁੰਦੇ ਅਗਰ ਕੋਈ ਜਿੱਦ ਕਰਨ ਕਿ ਸਾਨੂੰ ਜਿਹੜੀ ਹੈਗੀ ਆ ਕਿ ਉਹਨਾਂ ਦੀ ਯੋਗਤਾ ਤੋਂ ਬਾਹਰੀ ਕੋਈ ਚੀਜ਼ ਉਹਨਾਂ ਨੂੰ ਪ੍ਰਾਪਤ ਹੋ ਜਾਵੇ। ਅਗਰ ਛੋਟਾ ਬੱਚਾ ਕਹੇ ਕਿ ਮੈਂ ਗੱਡੀ ਚਲਾਉਣੀ ਆ, ਕਾਰ ਚਲਾਉਣੀ ਆ ਜਾਂ ਮੋਟਰਸਾਈਕਲ ਚਲਾਉਣਾ, ਪਰ ਜਿਹੜੇ ਸਿਆਣੇ ਮਾਂ-ਬਾਪ ਹੁੰਦੇ ਕਦੀ ਵੀ ਉਸ ਨੂੰ ਗੱਡੀ, ਮੋਟਰ, ਕਾਰ ਜਾਂ ਮੋਟਰਸਾਈਕਲ ਦੀ ਚਾਬੀ ਕਦੀ ਨਹੀਂ ਦਿੰਦੇ। ਉਹਨਾਂ ਨੂੰ ਪਤਾ ਹੁੰਦਾ ਕਿ ਜੇ ਬੱਚਾ ਜਿਹੜਾ ਹੈ ਨਾ ਇਹਨਾਂ ਚੀਜ਼ਾਂ ਦੇ ਯੋਗ ਨਹੀਂ ਹੋਇਆ, ਅਗਰ ਉਹਨੂੰ ਚਾਬੀ ਦੇ ਦਿੱਤੀ ਤਾਂ ਜ਼ਰੂਰ ਉਹ ਜਿਹੜਾ ਸੀਗਾ ਉਹ ਆਪਣੇ ਜੀਵਨ ਦੇ ਵਿੱਚ ਖਤਰਾ ਮੁੱਲ ਲਾਊਗਾ। ਇਸ ਕਰਕੇ ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਵੀ ਜਿਹੜੇ ਅਧਿਕਾਰੀ ਨੂੰ ਉਹ ਸਭ ਤੋਂ ਪਹਿਲਾਂ ਪਹਿਲ ਦੀ ਨਜ਼ਰ ਨਾਲ ਦੇਖਦੇ ਆ ਕਿ ਕੀ ਇਹ ਮੰਤਰ ਦਾ ਜਪ ਕਰ ਸਕਦਾ, ਇਸ ਦੀ ਸ਼ਕਤੀ ਨੂੰ ਸੰਭਾਲ ਸਕਦਾ, ਅਜਰ ਨੂੰ ਜਰ ਸਕਦਾ ਹੈ। ਫਿਰ ਉਹ ਗੁਰਮੰਤਰ ਦੀ ਜਿਹੜੀ ਹੈ ਨਾ ਉਹ ਦੀਕਸ਼ਾ ਦਿੰਦੇ ਆ। ਇਸੇ ਤਰ੍ਹਾਂ ਇੱਕ ਮਹਾਤਮਾ ਦੱਸਦੇ ਸੀ ਕਿ ਇੱਕ ਵਾਰ ਇੱਕ ਸੱਜਣ ਜਿਹੜੇ ਸੀ ਉਹਨਾਂ ਦੇ ਪਾਸ ਆਏ। ਜਦੋਂ ਕਹਿੰਦੇ ਸੱਜਣ ਸਾਡੇ ਪਾਸ ਆਏ, ਕਹਿੰਦੇ ਫਿਰ ਅਸੀਂ ਜਿਹੜੇ ਸੀ ਉਹਨਾਂ ਨੂੰ ਬੜੇ ਪਿਆਰ ਅਦਬ ਦੇ ਨਾਲ ਆਪਣੇ ਪਾਸ ਬਿਠਾ ਲਿਆ। ਪਰ ਉਹ ਸੱਜਣ ਮਹਾਤਮਾ ਨੂੰ ਕਹਿਣ ਲੱਗੇ ਕਿ ਮੈਂ ਤੁਹਾਨੂੰ ਬਹੁਤ ਜ਼ਿਆਦਾ ਪ੍ਰੇਮ ਕਰਦਾ, ਇੰਨਾ ਜ਼ਿਆਦਾ ਪ੍ਰੇਮ ਕਰਦਾ ਕਿ ਮੇਰੇ ਕੋਲ ਇੱਕ ਮੰਤਰ ਹੈ, ਮੈਂ ਚਾਹੁੰਦਾ ਕਿ ਉਹ ਮੰਤਰ ਆਪ ਨੂੰ ਦਿੱਤਾ ਜਾਵੇ। ਕਹਿੰਦੇ ਅਸੀਂ ਉਹਨੂੰ ਪੁੱਛਿਆ ਕਿ ਤੇਰੇ ਕੋਲ ਕਿਹੜਾ ਮੰਤਰ ਹੈ, ਤੂੰ ਕਿਹੜਾ ਜਿਹੜਾ ਸਾਨੂੰ ਦੇਣਾ ਚਾਹੁੰਦਾ ਹੈ। ਉਹ ਕਹਿੰਦੇ ਕਹਿਣ ਲੱਗਾ ਕਿ ਮੰਤਰ ਇਹ ਹੈਗਾ ਕਿ ਅਗਰ ਕੋਈ ਵੀ ਪ੍ਰਾਣੀ ਇਸ ਮੰਤਰ ਦਾ ਜਾਪ ਕਰੇ ਅਤੇ ਉਹ ਦਾ ਪ੍ਰਭਾਵ ਇੰਨਾ ਹੈਗਾ ਕਿ ਕੋਈ ਨਾ ਕੋਈ ਸੱਜਣ ਜਿਹੜਾ ਹੈ ਨਾ ਉਹਨੂੰ ਆ ਕੇ ਜਦੋਂ ਉਹ ਮੰਤਰ ਉਹਦਾ ਜਪ ਕਰ ਰਿਹਾ ਹੈਗਾ, ਮੰਤਰ ਜਪਦਾ ਜਾ ਰਿਹਾ ਹੈਗਾ, ਕੋਈ ਨਾ ਕੋਈ ਇੱਕ ਗੈਰ ਸੱਜਣ ਜਿਹਨੂੰ ਉਹ ਜਾਣਦਾ ਵੀ ਨਹੀਂ ਹੈ ਉਹ ਆ ਕੇ ਉਹਨੂੰ ਹੈ ਨਾ ਧਨ ਦੌਲਤ ਜਿਹੜਾ ਹੈਗਾ ਆ ਕੇ ਦੇ ਦਿੰਦਾ ਹੈਗਾ, ਉਹਦੀ ਸਹਾਇਤਾ ਕਰਦਾ ਹੈਗਾ। ਕਹਿੰਦੇ ਜਦੋਂ ਉਹਨੇ ਇਹ ਗੱਲ ਦੱਸੀ, ਕਹਿੰਦੇ ਅਸੀਂ ਚੁੱਪ ਕਰ ਗਏ ਕਿਉਂਕਿ ਸਾਨੂੰ ਮੰਤਰਾਂ ਦਾ ਜਿਹੜਾ ਸੀਗਾ ਉਹ ਗਿਆਨ ਤਾਂ ਸੀਗਾ, ਪਰ ਇਹ ਆ ਵੀ ਹਰੇਕ ਮੰਤਰ ਦੀ ਆਪੋ ਆਪਣੀ ਜਿਹੜੀ ਹੈ ਨਾ ਸ਼ਕਤੀ ਹੁੰਦੀ, ਆਪੋ ਆਪਣਾ ਪ੍ਰਭਾਵ ਹੁੰਦਾ ਹੈ। ਫਿਰ ਉਹ ਸੱਜਣਾ ਨੇ ਦੱਸਿਆ, ਕਹਿੰਦੇ ਕਿ ਮੈਂ ਇਸ ਮੰਤਰ ਦਾ ਜਾਪ ਕੀਤਾ, ਇੱਕ ਗੈਰ ਸੱਜਣ ਜਿਹੜਾ ਦਾ ਮੈਂ ਨਾਂ ਤੱਕ ਜਾਂ ਪਤਾ ਤੱਕ ਨਹੀਂ ਸੀ ਜਾਣਦਾ ਹੁੰਦਾ, ਉਹ ਸੱਜਣ ਕਹਿੰਦੇ ਮੇਰੇ ਉਸ ਮੰਤਰ ਦਾ ਜਾਪ ਕਰਦਿਆਂ ਕਰਦਿਆਂ ਮੇਰੇ ਪਾਸ ਆਏ ਅਤੇ ਬਹੁਤ ਸਾਰੀ ਜਿਹੜੀ ਮਾਇਆ ਸੀ ਮੇਰੇ ਮੂਹਰੇ ਰੱਖ ਕੇ ਚਲੇ ਗਏ। ਕਹਿੰਦੇ ਅਸੀਂ ਉਹ ਜਿਹੜਾ ਮੰਤਰ ਸੀਗਾ ਹੈ ਨਾ ਉਹ ਸੱਜਣ ਨੇ ਜਿਹੜਾ ਸਾਨੂੰ ਦੱਸਿਆ ਸੀਗਾ, ਕਹਿੰਦੇ ਅਸੀਂ ਉਹ ਮੰਤਰ ਜਿਹੜਾ ਸੀਗਾ ਉਹ ਵੈਸੇ ਕਹਿੰਦੇ ਉੱਥੇ ਸੁਣ ਲਿਆ, ਪਰ ਇੱਕ ਵਾਰ ਕਹਿੰਦੇ ਕੀ ਹੋਇਆ ਕਿ ਅਸੀਂ ਹੈ ਨਾ ਜਦ ਪੈਦਲ ਯਾਤਰਾ ਕਰਦੇ ਹੁੰਦੇ ਸੀਗੇ, ਜਦ ਕਹਿੰਦੇ ਅਸੀਂ ਇਹਨਾਂ ਜਿੱਦਾਂ ਹਰਿਦੁਆਰ ਰਿਸ਼ੀਕੇਸ਼ ਵੱਲ ਜਦ ਇੱਧਰ ਇਸ ਇਲਾਕੇ ਵਿੱਚ ਸਾਧੂ ਮਹਾਤਮਾ ਦੇ ਦਰਸ਼ਨ ਕਰਨ ਵਾਸਤੇ ਆਏ। ਇੱਕ ਇਲਾਕਾ ਜਿਹੜਾ ਸੀ ਨਾ ਬੜਾ ਸੁੰਦਰ ਸੀਗਾ, ਜੰਗਲ ਬੀਆਬਾਨ ਬੜਾ ਵਧੀਆ ਸੀਗਾ। ਸਾਡਾ ਕਹਿੰਦੇ ਚੇਤੇ ਕੀਤਾ ਕਿ ਇਸ ਇਲਾਕੇ ਦੇ ਵਿੱਚ ਆ ਕੇ ਕੁਛ ਸਮਾਂ ਬੈਠ ਕੇ ਹੈ ਨਾ ਇਕਾਂਤ ਭਜਨ ਬੰਦਗੀ ਕਰੀਏ। ਜਦੋਂ ਕਹਿੰਦੇ ਅਸੀਂ ਹੈ ਨਾ ਇੱਕ ਜੰਗਲ ਬੀਆਬਾਨ ਜਿਹੜੇ ਵਿੱਚ ਉੱਥੇ ਚਲੇ ਗਏ, ਉੱਥੇ ਇੱਕ ਸੁੰਦਰ ਜਗ੍ਹਾ ਦੇਖ ਕੇ ਕਹਿੰਦੇ ਅਸੀਂ ਜਦੋਂ ਆਸਣ ਲਾ ਗਏ ਤਾਂ ਉੱਥੇ ਬੈਠਣ ਲੱਗੇ। ਅਚਨਚੇਤ ਕਹਿੰਦੇ ਉਸੇ ਹੈ ਨਾ ਸੱਜਣ ਦਾ ਸਾਨੂੰ ਖਿਆਲ ਆਇਆ ਜਿਸ ਨੇ ਸਾਨੂੰ ਇਹ ਮੰਤਰ ਦਿੱਤਾ ਸੀਗਾ ਕਿ ਅਗਰ ਕੋਈ ਇਕਾਂਤ ਵਿੱਚ ਇਹ ਮੰਤਰ ਜਪੇਗਾ ਅਤੇ ਇਹ ਜਿਹੜਾ ਮੰਤਰ ਹੈਗਾ ਇਹ ਉਸ ਸੱਜਣ ਨੂੰ ਕੋਈ ਨਾ ਕੋਈ ਆ ਕੇ ਕੋਈ ਗੁਪਤ ਜਿਹੜਾ ਹੈਗਾ ਉਹ ਇਨਸਾਨ ਆ ਕੇ ਉਹਨੂੰ ਧਨ ਦੌਲਤ ਜਿਹੜਾ ਉਹ ਜ਼ਰੂਰ ਦੇਵੇਗਾ। ਕਹਿੰਦੇ ਸਾਨੂੰ ਧਨ ਦੌਲਤ ਦੀ ਇੱਛਾ ਨਹੀਂ ਸੀ ਕਿ ਸਾਨੂੰ ਧਨ ਦੌਲਤ ਦੀ ਲੋੜ ਹੈ, ਕਿਉਂਕਿ ਮਹਾਤਮਾ ਤਾਂ ਵੈਸੇ ਹੀ ਨਿਰਲੇਪ ਰਹਿੰਦੇ ਆ,
ਪਰ ਫਿਰ ਵੀ ਕਹਿੰਦੇ ਅਸੀਂ ਆਪਣੀ ਹੈ ਨਾ ਪਰਖ ਵਾਸਤੇ ਵੀ ਦੇਖੀਏ ਵਾਕਿਆ ਇਹ ਜਿਹੜਾ ਮੰਤਰ ਹੈਗਾ ਇਹ ਇਸ ਤਰ੍ਹਾਂ ਅਸਰ ਕਰਦਾ ਹੈਗਾ, ਇਹਦਾ ਪ੍ਰਭਾਵ ਇਸ ਤਰ੍ਹਾਂ ਪੈਂਦਾ ਹੈ। ਕਹਿੰਦੇ ਉਹ ਸੱਜਣ ਦਾ ਦਿੱਤਾ ਹੋਇਆ ਮੰਤਰ ਬਹੁਤ ਚਿਰਾਂ ਬਾਅਦ ਕਹਿੰਦੇ ਜਿਹੜਾ ਸੀਗਾ ਉਹਨੇ ਦਿੱਤਾ ਸੀ, ਅਸੀਂ ਕਹਿੰਦੇ ਉਸ ਇਕਾਂਤ ਵਿੱਚ ਬੈਠ ਕੇ ਨਾ ਜਪਣਾ ਸ਼ੁਰੂ ਕਰਤਾ। ਜਦੋਂ ਕਹਿੰਦੇ ਅਸੀਂ ਮੰਤਰ ਜਪਣਾ ਸ਼ੁਰੂ ਕਰ ਦਿੱਤਾ, ਜਿਉਂ-ਜਿਉਂ ਕਹਿੰਦੇ ਮੰਤਰ ਜਪਦੇ ਗਏ ਸਮੇਂ ਦਾ ਕੁਝ ਪਤਾ ਨਹੀਂ ਲੱਗਾ। ਅਚਨਚੇਤ ਕਹਿੰਦੇ ਵੀ ਇੱਕ ਸੱਜਣ ਜਿਹੜਾ ਸੀਗਾ ਕਹਿੰਦੇ ਸਾਡੇ ਮੂਹਰੇ ਆ ਕੇ ਖੜ ਗਿਆ। ਜਦ ਖੜ ਗਿਆ ਕਹਿੰਦੇ ਉਹਦਾ ਐਡਾ ਪ੍ਰਭਾਵ ਸੀਗਾ ਕਿ ਉਹਦੇ ਖੜ੍ਹਨ ਦੇ ਨਾਲ ਹੀ ਹੈ ਨਾ ਸਾਡੀ ਜਿਹੜੀ ਸੁਰਤ ਸੀ ਯਕਦਮ ਉਹ ਮੰਤਰ ਦੇ ਵਿੱਚੋਂ ਨਿਕਲ ਕੇ ਕਹਿੰਦੇ ਬਾਹਰਮੁਖੀ ਹੋਈ। ਅਸੀਂ ਕੀ ਦੇਖਿਆ ਕਿ ਉਹ ਸੱਜਣ ਜਿਹੜਾ ਸੀ ਹੱਥ ਦੇ ਵਿੱਚ ਮੋਹਰਾਂ ਦੀਆਂ ਥੈਲੀਆਂ ਲੈ ਕੇ ਖੜਾ ਸੀਗਾ ਅਤੇ ਕਹਿੰਦੇ ਉਹਨੇ ਸਾਡੇ ਮੂਹਰੇ ਥੈਲੀਆਂ ਰੱਖ ਕੇ ਮੱਥਾ ਟੇਕਿਆ। ਕਹਿੰਦੇ ਅਸੀਂ ਹੈਰਾਨ ਹੋ ਗਏ ਕਿ ਇਸ ਬੀਆਬਾਨ ਦੇ ਵਿੱਚ ਇਹ ਸੱਜਣ ਅਸੀਂ ਜਾਣਦੇ ਨਹੀਂ, ਇਹ ਮੋਹਰਾਂ ਦੀਆਂ ਥੈਲੀਆਂ ਲੈ ਕੇ ਕੌਣ ਆ ਗਿਆ ਹੈਗਾ ਸਾਡੇ ਪਾਸ। ਕਹਿੰਦੇ ਉਹ ਸੱਜਣ ਨੇ ਕਹਿੰਦੇ ਸਾਨੂੰ ਕਿਹਾ ਕਿ ਇਹ ਜਿਹੜੀ ਧਨ ਦੌਲਤ ਮੈਂ ਆਪ ਜੀ ਦੇ ਚਰਨਾਂ 'ਚ ਭੇਟਾ ਕਰਦਾ, ਤੁਸੀਂ ਇਹਨੂੰ ਜਿਹੜਾ ਸਵੀਕਾਰ ਕਰੋ ਤਾਂ ਜੋ ਮੈਨੂੰ ਬਹੁਤ ਖੁਸ਼ੀ ਹੋਵੇ। ਕਹਿੰਦੇ ਅਸੀਂ ਉਹ ਸੱਜਣ ਦੇ ਜਿਹੜੇ ਸੀ ਬਹੁਤ ਤਰਲੇ ਮਿਹਨਤਾਂ ਕੀਤੇ ਕਿ ਸਾਨੂੰ ਧਨ ਦੌਲਤ ਦੀ ਜ਼ਰੂਰਤ ਨਹੀਂ ਹੈ, ਪਰ ਤੁਸੀਂ ਇਹ ਦੱਸੋ ਕਿ ਤੁਸੀਂ ਸਾਨੂੰ ਕਿਉਂ ਦੇਣਾ ਚਾਹੁੰਦੇ ਆ। ਕਹਿੰਦੇ ਉਹ ਸੱਜਣ ਕਹਿਣ ਲੱਗੇ ਕਿ ਮੈਨੂੰ ਇੰਨੀ ਪਸੰਦਤਾ ਹੈਗੀ ਆ ਕਿ ਮੈਂ ਇਹ ਤੁਹਾਨੂੰ ਜਿਹੜਾ ਹੈ ਨਾ ਧਨ ਦੌਲਤ ਹੈਗਾ ਆਪ ਜੀ ਨੂੰ ਜੋ ਭੇਟ ਕਰ ਦਿੱਤਾ ਹੈਗਾ ਇਹ ਮੈਂ ਹੁਣ ਵਾਪਸ ਲੈ ਕੇ ਨਹੀਂ ਜਾਣਾ, ਤੁਸੀਂ ਇਸ ਨੂੰ ਕਬੂਲ ਕਰੋ। ਫਿਰ ਮਹਾਤਮਾ ਕਹਿਣ ਲੱਗੇ ਕਿ ਅਸੀਂ ਉਸ ਸੱਜਣ ਨੂੰ ਬਹੁਤ ਵਾਰੀ ਜਿਹੜਾ ਸੀਗਾ ਉਹ ਮਨਾ ਕੀਤਾ ਕਿ ਸਾਨੂੰ ਧਨ ਦੌਲਤ ਦੀ ਪੈਸੇ ਦੀ ਕੋਈ ਇੱਛਾ ਨਹੀਂ, ਤੁਸੀਂ ਆਪਣਾ ਧਨ ਦੌਲਤ ਜਿਹੜਾ ਹੈਗਾ ਵਾਪਸ ਲੈ ਜਾਓ। ਪਰ ਕਹਿੰਦੇ ਸੱਜਣ ਜਿਹੜਾ ਸੀਗਾ ਉਹ ਧਨ ਦੀਆਂ ਥੈਲੀਆਂ ਉੱਥੇ ਰੱਖ ਕੇ ਜਿਹੜਾ ਸੀ ਉੱਥੋਂ ਚਲਿਆ ਗਿਆ। ਪਰ ਕਹਿੰਦੇ ਫਿਰ ਅਸੀਂ ਉਸ ਤੋਂ ਬਾਅਦ ਜਾਣੀ ਕਿ ਇਸ ਮੰਤਰ ਦੀ ਸ਼ਕਤੀ ਨੂੰ ਦੇਖ ਕੇ ਤਾਂ ਕਹਿੰਦੇ ਵੈਸੇ ਹੀ ਚਰਜ ਸੀਗੇ, ਪਰ ਫਿਰ ਮਨ ਦੇ ਵਿੱਚ ਇਹ ਖਿਆਲ ਕੀਤਾ ਕਿ ਅੱਜ ਤੋਂ ਬਾਅਦ ਇਹ ਜਿਹੜਾ ਹੈ ਨਾ ਧਨ ਦੌਲਤ ਨੂੰ ਹਾਸਲ ਕਰਨ ਦਾ ਮੰਤਰ ਹੈਗਾ ਇਹ ਕਦੀ ਵੀ ਅਸੀਂ ਆਪਣੀ ਰਸਨਾ ਵਿੱਚ ਨਹੀਂ ਲਿਆਉਣਾ, ਕਿਉਂਕਿ ਧਨ ਦਾ ਜਿਹੜਾ ਲੋਭ ਹੈਗਾ ਅਭਿਆਸੀ ਨੂੰ ਕਹਿੰਦੇ ਫਿਰ ਇਸੇ ਹੀ ਜਿਹੜਾ ਹੈ ਨਾ ਧਨ ਦੌਲਤ ਦੀ ਮਾਇਆ ਦੇ ਵਿੱਚ ਗਰਕ ਕਰ ਦਿੰਦਾ ਹੈ, ਉਹਦੇ ਵਿੱਚ ਲੁਹਾਇਤਮਾਨ ਕਰ ਦਿੰਦਾ। ਉਸ ਤੋਂ ਬਾਅਦ ਕਹਿੰਦੇ ਅਸੀਂ ਉਹਦਾ ਦਿੱਤਾ ਹੋਇਆ ਧਨ ਤਾਂ ਕਹਿੰਦੇ ਨਹੀਂ ਵਰਤਿਆ, ਪਰ ਕਹਿੰਦੇ ਅਸੀਂ ਹੈ ਨਾ ਉਹਦਾ ਧਨ ਜਿਹੜਾ ਸੀਗਾ ਕਿਸੇ ਹੋਰ ਸਾਂਝੇ ਕਾਰਜ ਵਾਸਤੇ ਜ਼ਰੂਰ ਕਹਿੰਦੇ ਖਰਚ ਕਰ ਦਿੱਤਾ, ਪਰ ਉਹਦੇ ਵਿੱਚੋਂ ਇੱਕ ਵੀ ਕੌਡੀ ਆਪਣੇ ਵਾਸਤੇ ਨਹੀਂ ਵਰਤੀ। ਲੇਕਿਨ ਮੁੜ ਕੇ ਕਹਿੰਦੇ ਅਸੀਂ ਇਹ ਜਿਹੜਾ ਮੰਤਰ ਸੀਗਾ ਇਹ ਕਹਿੰਦੇ ਜ਼ਿੰਦਗੀ 'ਚ ਮੁੜ ਕੇ ਨਹੀਂ ਜਪਿਆ। ਪਰ ਕਹਿੰਦੇ ਅਸੀਂ ਇੰਨਾ ਜ਼ਰੂਰ ਸਾਨੂੰ ਪਤਾ ਹੈਗਾ ਕੋਈ ਵੀ ਮੰਤਰ ਜਿਹੜਾ ਹੈ ਨਾ ਕਿਸੇ ਵਿਸ਼ੇਸ਼ ਖਿੱਚ ਦਾ ਜਿਹੜਾ ਹੈਗਾ ਉਹ ਕਾਰਨ ਬਣਦਾ ਹੈਗਾ ਕਿ ਉਸ ਮੰਤਰ ਦਾ ਜਿਹੜਾ ਪ੍ਰਭਾਵ ਆ ਉਹਦੇ ਵਿੱਚ ਜਿਹੜਾ ਗੁਣਵਾਨ ਉਹ ਸਭ ਤੋਂ ਪਹਿਲਾਂ ਉਹ ਪ੍ਰਗਟ ਹੋ ਜਾਂਦਾ ਹੈ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਕਹਿੰਦੇ ਵੀ ਮੈਂ ਬਹੁਤ ਸਾਰੇ ਵੇਦਾਂ ਗ੍ਰੰਥਾਂ ਸ਼ਸਤਰਾਂ ਦੇ ਅਧਿਐਨ ਕੀਤੇ ਆ। ਮਹਾਤਮਾ ਕਹਿਣ ਲੱਗੇ ਸੀ, ਉਹ ਕਹਿਣ ਲੱਗੇ ਕਿ ਇੱਥੋਂ ਤੱਕ ਮੈਨੂੰ ਜਿਹੜਾ ਹੈਗਾ ਇਸ ਗੱਲ ਦਾ ਗਿਆਨ ਹੈਗਾ ਕਿ ਅਗਰ ਕੋਈ ਜਿਹੜਾ ਹੈਗਾ ਕਿਸੇ ਵੀ ਮੰਤਰ ਦਾ ਜਾਪ ਕਰੇ, ਅਗਰ ਕੋਈ ਸ਼ਾਸਤਰ ਮੰਤਰਾਂ ਦਾ ਜਾਪ ਵੀ ਕਰੇ ਹੈ ਨਾ, ਕਹਿੰਦੇ ਉਹ ਜਿਹੜੇ ਸ਼ਾਸਤਰ ਉਹ ਹਨ ਜੋ ਗੁਪਤ ਸ਼ਾਸਤਰ ਹੁੰਦੇ ਆ ਉਸ ਅਕਾਲ ਪੁਰਖ ਦੇ, ਉਹ ਵੀ ਕਹਿੰਦੇ ਸਾਹਮਣੇ ਆ ਕੇ ਜਿਹੜੇ ਉਹ ਪ੍ਰਗਟ ਹੋ ਜਾਂਦੇ ਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਮੰਤਰਾਂ ਵਿੱਚ ਬੜੀਆਂ ਮਹਾ ਸ਼ਕਤੀਆਂ ਛੁਪੀਆਂ ਹੋਈਆਂ, ਪਰ ਇਹ ਜਿਹੜੇ ਮੰਤਰ ਹੈ ਜਿਹੜੇ ਰਿਸ਼ੀ ਜਨ ਮੁਨੀ ਹੈ ਉਸ ਅਧਿਕਾਰੀ ਨੂੰ ਹੀ ਦਿੰਦੇ ਆ ਜਿਹੜਾ ਇਹਦਾ ਜਿਹੜਾ ਹੈ ਉਹ ਆਪਣੇ ਅੰਦਰੋਂ ਅਧਿਕਾਰੀ ਹੋਵੇ। ਅਣਉਚਿਤ ਅਧਿਕਾਰੀ ਨੂੰ ਇਹ ਜਿਹੜੇ ਮੰਤਰ ਕਦੀ ਦਿੱਤੇ ਨਹੀਂ ਜਾਂਦੇ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਮੰਤਰਾਂ ਵਿੱਚ ਭਾਵੇਂ ਬੇਅੰਤ ਜਿਹੜੀਆਂ ਅਨੰਤ ਸ਼ਕਤੀਆਂ ਛੁਪੀਆਂ ਹੋਈਆਂ, ਪਰ ਹਰੇਕ ਮੰਤਰ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਪ੍ਰਭਾਵ ਨੂੰ ਕਬੂਲਦਾ ਹੈਗਾ। ਪਰ ਧੰਨ ਗੁਰੂ ਨਾਨਕ ਸਾਹਿਬ ਦੀ ਜਿਹੜੀ ਸੰਗਤ ਹੈਗੀ ਉਹ ਧੰਨਤਾ ਯੋਗ ਹੈ, ਕਿਉਂਕਿ ਇਸ ਦੇ ਕੋਲ ਜਿਹੜੇ ਹੈ ਜੋ ਮੰਤਰ ਆ ਨਾ ਉਹ ਸਰਬ ਕਲਾ ਸੰਪੂਰਨ ਮੰਤਰ ਹੈ। ਸੋ ਕਹਿਣ ਤੋਂ ਭਾਵ ਹੈ ਜਿਵੇਂ ਵਾਹਿਗੁਰੂ ਮੰਤਰ ਹਨ, ਵਾਹਿਗੁਰੂ ਮੰਤਰ ਜਿਹੜਾ ਹੈਗਾ ਉਹ ਸਾਰੇ ਮੰਤਰਾਂ ਦਾ ਸ੍ਰੇਸ਼ਟ ਮੰਤਰ ਜਾਂ ਸਾਰੇ ਮੰਤਰਾਂ ਦਾ ਸੋਮਾ ਹੈਗਾ। ਸੋ ਜਿਹੜੇ ਗੁਰ ਸੱਜਣ ਜਿਹੜੇ ਅੰਮ੍ਰਿਤ ਛਕ ਕੇ ਪੰਜਾਂ ਪਿਆਰਿਆਂ ਤੋਂ ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਦੇ ਆ, ਉਹਨਾਂ ਦਾ ਕੋਈ ਵੀ ਜਿਹੜਾ ਸੰਕਲਪ ਹੋਵੇ, ਧਨ ਦਾ ਹੋਵੇ, ਮੁਕਤੀ ਦਾ ਹੋਵੇ ਜਾਂ ਸ਼ਾਸਤਰ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਸੰਕਲਪ ਹੋਵੇ ਹੈ ਨਾ, ਇਹ ਮੰਤਰ ਜਿਹੜਾ ਹੈਗਾ ਇਹ ਸਰਬ ਵਿਆਪਕ ਆ। ਜਿਵੇਂ ਵਾਹਿਗੁਰੂ ਜਿਹੜਾ ਹੈ ਨਾ ਸਰਬ ਵਿਆਪਕ ਆ, ਇਸ ਤਰ੍ਹਾਂ ਵਾਹਿਗੁਰੂ ਸ਼ਬਦ ਵੀ ਜਿਹੜਾ ਸਰਬ ਵਿਆਪਕ ਆ। ਕਹਿਣ ਤੋਂ ਭਾਵ ਇਹ ਕਿ ਸਾਰੀਆਂ ਸ਼ਕਤੀਆਂ ਵਾਹਿਗੁਰੂ ਸ਼ਬਦ ਦੇ ਵਿੱਚ ਜਿਹੜੀਆਂ ਹੈ ਸਮਾਈਆਂ ਹੋਈਆਂ। ਸੋ ਜਿਸ ਤਰ੍ਹਾਂ ਦੇ ਮਨ ਦੇ ਵਿੱਚ ਕੋਈ ਇੱਛਾ ਹੋਵੇ, ਕੋਈ ਸੰਕਲਪ ਅੰਦਰ ਜਾਗੇ, ਉਹ ਚੀਜ਼ ਜਿਹੜੀ ਉਹ ਪ੍ਰਗਟ ਹੋ ਕੇ ਉਸ ਅਭਿਆਸੀ ਦੇ ਸਾਹਮਣੇ ਆ ਜਾਂਦੀ ਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਮੰਤਰਾਂ ਵਿੱਚ ਭਾਵੇਂ ਮਹਾ ਸ਼ਕਤੀਆਂ ਅਨੰਤ ਤਰ੍ਹਾਂ ਦੀਆਂ ਹੈਗੀਆਂ, ਪਰ ਫਿਰ ਵੀ ਜਿਹੜੇ ਇਹ ਗੁਰਸਿੱਖ ਹੈਗੇ ਆ ਇਹਨਾਂ ਮੰਤਰਾਂ ਦੀ ਜਿਹੜੀ ਹੈ ਨਾ ਯੋਗ ਵਰਤੋਂ ਕਰਦੇ ਆ। ਭਾਵ ਕਿ ਇਹਨਾਂ ਮੰਤਰਾਂ ਦੀਆਂ ਸ਼ਕਤੀਆਂ ਤੇ ਉਹਨਾਂ ਕੀ ਜਿਹੜਾ ਹੈਗਾ ਉਹ ਲਾਭ ਉਠਾਉਂਦੇ ਆ, ਜਿਸ ਦੇ ਨਾਲ ਜਿਹੜਾ ਹੈਗਾ ਉਹ ਸੰਸਾਰ ਦਾ ਥੋੜ੍ਹਾ ਬਹੁਤਾ ਜਿਹੜਾ ਭਲਾ ਉਹ ਕਰ ਚੁੱਕਣ। ਵੈਸੇ ਅੱਵਲ ਦੇ ਵਿੱਚ ਉਹ ਇਹਨਾਂ ਮੰਤਰਾਂ ਵਿੱਚ ਰਹਿੰਦੇ ਹੋਏ ਵੀ, ਇਹਨਾਂ ਮਹਾਂ ਸ਼ਕਤੀਆਂ ਵਿੱਚ ਰਹਿੰਦੇ ਹੋਏ ਵੀ ਇਹਨਾਂ ਤੋਂ ਨਿਰਲੇਪ ਰਹਿੰਦੇ ਆ।
ਕਿਉਂਕਿ ਉਹਨਾਂ ਨੂੰ ਵਾਹਿਗੁਰੂ ਦੀ ਬਾਣੀ ਦੀ ਜਿਹੜੀ ਹੈ ਨਾ ਸਮਝ ਆ ਜਾਂਦੀ ਆ, ਵਾਹਿਗੁਰੂ ਦਾ ਜੋ ਰਜਾ ਹੈ ਨਾ ਉਹਦੀ ਸਮਝ ਆ ਜਾਂਦੀ ਆ ਕਿ ਅਸੀਂ ਵਾਹਿਗੁਰੂ ਦੀ ਜਿਹੜੀ ਕੀਰਤੀ ਆ, ਵਾਹਿਗੁਰੂ ਦੇ ਜਿਹੜੇ ਕਾਰਜ ਵਾ ਉਹ ਆਪਣੇ ਹੱਥਾਂ ਵਿੱਚ ਨਹੀਂ ਲੈਣੇ। ਕਿਉਂ? ਜੋ ਤੁਧ ਭਾਵੇ ਸੋਈ ਚੰਗਾ, ਕਿ ਨਾਨਕ ਹੀ ਅਰਦਾਸੇ, ਕਿ ਜੋ ਪਰਮਾਤਮਾ ਨੂੰ ਭਾਉਂਦਾ ਉਹੀ ਹੀ ਜਿਹੜੀ ਉਹ ਚੀਜ਼ ਉਹ ਚੰਗੀ ਸ੍ਰੇਸ਼ਟ ਹੈਗੀ ਆ। ਇਸ ਕਰਕੇ ਉਹ ਸਭ ਕੁਛ ਜਾਣਦੇ ਹੋਏ ਵੀ ਜਿਹੜੇ ਅਣਜਾਣ ਬਣੇ ਰਹਿੰਦੇ ਆ, ਤਾਂ ਜੋ ਉਹ ਆਪ ਵਾਹਿਗੁਰੂ ਦੀ ਪ੍ਰਸੰਨਤਾ ਜਿਹੜੀ ਹਾਸਲ ਕਰ ਸਕਣ ਅਤੇ ਵਾਹਿਗੁਰੂ ਦੀ ਬਣਾਈ ਹੋਈ ਜਿਹੜੀ ਸ੍ਰਿਸ਼ਟੀ ਆ ਨਾ ਇਹਦੇ ਨਿਯਮ ਕਾਨੂੰਨ ਨੂੰ ਸਮਝਦੇ ਹੋਏ ਵਾਹਿਗੁਰੂ ਦੀ ਜਿਹੜੀ ਰਜਾ ਹੈਗੀ, ਜਿਹੜੀ ਖੁਸ਼ੀ ਹੈਗੀ ਹੈ ਨਾ, ਉਹਦੇ ਵਿੱਚ ਹਮੇਸ਼ਾ ਜਿਹੜੇ ਹੈਗੇ ਆ ਉਹ ਸ਼ਾਮਲ ਰਹਿੰਦੇ ਆ। ਸੋ ਦਾਸ ਇੰਨੇ ਹੀ ਵਚਨ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।